ਬਈ ਰੋਵੋ ਨਾ, ਵਜ੍ਹਾ ਕੀ ਹੈ? ਗੁਰਜੰਟ ਬਈ ਅਸੀਂ ਨਾਲ ਆ ਤੁਹਾਡੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚਾਵਾਂਗੇ, ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਆਵਾਜ਼ ਜਿਹੜੀ ਹੈ ਪਹੁੰਚੇ। ਫਿਰ ਹੁਣ ਅਖੀਰ ਨੂੰ ਤਾਂ ਕਦਮ ਚੱਕਣਾ ਹੀ ਪਿਆ ਜੀ ਸਾਨੂੰ। ਵਾਹਣ ਨਾਲ ਹੀ ਹੱਲ ਹੈ ਜੀ। ਕਹਿੰਦੇ ਵਾਇਰਸ ਇਹ ਦੁਆਰੇ ਰਹਿ ਜਾਂਦਾ ਜੀ, ਫਿਰ ਕਿਤੇ ਕਣਕ ਵਿੱਚ ਵੀ ਨਾ ਚਲੇ ਜਾਵੇ ਵਾਇਰਸ। ਅਸੀਂ ਹੁਣ ਸੋਚੇ ਵੀ ਜ਼ਮੀਨ ਨੂੰ ਸੁਕਾ ਲਈਏ ਵਾਹ ਕੇ, ਹੋਰ ਕੀ ਕਰਾਂਗੇ। ਫੇਸ ਐਕਸਪ੍ਰੈਸ਼ਨ ਦੇਖ ਹੀ ਸਕਦੇ ਹੋ ਕਿੰਨੇ ਮਾਯੂਸ ਨੇ, ਦੁੱਖ ਦੀ ਘੜੀ ਹੈ ਕਿਉਂਕਿ ਪੁੱਤਾਂ ਵਰਗੀ ਫਸਲ ਹੈ ਔਰ ਜਿਹੜੀ ਇਹਨਾਂ ਨੂੰ ਦਿਲ ਕਰੜਾ ਕਰਕੇ ਵਾਹਣੀ ਪੈ ਰਹੀ ਹੈ। ਆਸਾਂ ਉਮੀਦਾਂ ਬਹੁਤ ਸੀ ਕਿਸਾਨ ਨੂੰ, ਪਰ ਇਸ ਝੋਨੇ ਨੂੰ ਬਿਮਾਰੀ ਪੈਣ ਕਰਕੇ ਕਹਿੰਦੇ ਕਿ ਰੇਹਾਂ ਸਪਰੇਆਂ ਬਹੁਤ ਸਾਰੀਆਂ ਕਰਵਾਈਆਂ, ਅੱਕ ਕੇ ਕਿਸਾਨ ਹੁਣ ਆਪਣੀ ਪੁੱਤਾਂ ਵਰਗੀ ਫਸਲ ਨੂੰ ਵਾਹ ਰਿਹਾ ਹੈ। ਕਿੰਨਾ ਔਖਾ ਇਹ, ਕਿਉਂਕਿ ਬਹੁਤ ਆਸਾਂ ਉਮੀਦਾਂ ਲਾ ਕੇ ਕਿਸਾਨ ਬੈਠਾ ਹੁੰਦਾ ਹੈ। ਤੇ 25 ਕਿੱਲੇ 30 ਕਿੱਲੇ ਆਏ 40,000 ਨੂੰ ਠੇਕੇ ਦੇ, 40,000 ਦਾ ਠੇਕਾ ਹੋ ਗਿਆ। ਉਸ ਤੋਂ ਬਾਅਦ ਜਿਹੜਾ ਰੇ ਬੀਜ ਸਪਰੇਹਾਂ ਆਪਣੀਆਂ ਬੰਦਿਆਂ ਦੀਆਂ ਦਿਹਾੜੀਆਂ ਉਹ ਬਿਲਕੁਲ ਜ਼ੀਰੋ ਹੈ। ਪਰਿਵਾਰ ਦੇ ਹੁਣ ਖਰਚੇ ਵੀ ਹੈਗੇ, ਉਹ ਕਿੱਥੋਂ ਚੱਲਣਗੇ। ਸਾਡੀ ਤਾਂ ਸਰਕਾਰ ਨੂੰ ਤੇ ਅਨਮੋਲ ਗਗਨ ਮਾਨ ਜੀ ਨੂੰ ਇਹੀ ਬੇਨਤੀ ਹੈ ਵੀ ਇੱਥੇ ਆਣ ਕੇ ਇਹਨਾਂ ਦਾ ਮੁਆਵਜ਼ਾ ਲਿਆ ਜਾਵੇ, ਤੇ ਜਿੰਨੀ ਇਹਦੀ ਫਸਲ ਬਰਬਾਦ ਹੋਈ ਉਹ ਤਾਂ ਸਾਰੀ ਦਾ ਇਹਨਾਂ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਕਹਿੰਦੇ ਕਿ ਕੋਈ ਹੋਰ ਹੱਲ ਹੈ ਹੀ ਨਹੀਂ, ਤਾਂ ਹੁਣ ਕਿਸਾਨ ਨੇ ਤਵੀਆਂ ਲੈ ਕੇ ਫੈਸਲਾ ਕੀਤਾ ਹੈ, ਟਰੈਕਟਰ ਦੇ ਨਾਲ ਤਵੀਆਂ ਜੋੜ ਕੇ ਹੁਣ ਫੈਸਲਾ ਕੀਤਾ ਕਿ ਇਸ ਨੂੰ ਵਾਹਿਆ ਜਾਏਗਾ। ਪੁੱਤਾਂ ਵਰਗੀ ਝੋਨੇ ਦੀ ਫਸਲ ਕਿਸਾਨ ਨੂੰ ਵਾਹਣੀ ਪੈ ਰਹੀ ਹੈ, ਕਿਉਂਕਿ ਝੋਨੇ ਦੇ ਵਿੱਚ ਬਿਮਾਰੀ ਪੈ ਗਈ ਔਰ ਕਿਸਾਨ ਨੂੰ ਬਹੁਤ ਸਾਰੀਆਂ ਆਸਾਂ ਉਮੀਦਾਂ ਸੀ ਕਿ ਕਰਜ਼ਾ ਲਾਊਂਗਾ ਔਰ ਹੋਰ ਬਹੁਤ ਸਾਰੀਆਂ ਆਸਾਂ ਉਮੀਦਾਂ ਰੱਖ ਕੇ ਕਿਸਾਨ ਬੈਠਾ ਸੀ, ਪਰ ਜ਼ਮੀਨ ਜਿਹੜੀ ਹੈ ਕਿਸਾਨ ਨੂੰ ਵਾਹਣੀ ਪੈ ਰਹੀ ਹੈ। ਦੇਖ ਰਹੇ ਹੋ ਤੁਸੀਂ ਤਵੀਆਂ ਦੇ ਨਾਲ ਜਿਹੜੀ ਕਿਸਾਨ ਨੇ ਜ਼ਮੀਨ ਪਹਿਲਾਂ ਵਾਹੀ, ਫਿਰ ਕੱਦ ਕੀਤਾ, ਉਸ ਤੋਂ ਬਾਅਦ ਫਿਰ ਝੋਨਾ ਲਾਇਆ ਸੀ। ਆਸਾਂ ਉਮੀਦਾਂ ਬਹੁਤ ਸੀ ਕਿਸਾਨ ਨੂੰ, ਪਰ ਇਸ ਝੋਨੇ ਨੂੰ ਬਿਮਾਰੀ ਪੈਣ ਕਰਕੇ ਕਹਿੰਦੇ ਕਿ ਰੇਹਾਂ ਸਪਰੇਆਂ ਬਹੁਤ ਸਾਰੀਆਂ ਕਰਵਾਈਆਂ, ਪਰ ਕੋਈ ਇਲਾਜ ਨਹੀਂ ਹੋ ਪਾਇਆ, ਜਿਸ ਕਰਕੇ ਝੋਨੇ ਦੀ ਫਸਲ ਜਿਹੜੀ ਹੈ, ਮੈਂ ਬਲਜਿੰਦਰ ਨੂੰ ਕਹੂੰਗਾ ਇੱਕ ਵਾਰ ਬਲਜਿੰਦਰ ਆ ਜਿਹੜੀ ਜ਼ੂਮ ਕਰਕੇ ਵੀ ਤਸਵੀਰ ਦਿਖਾ ਦਿਓ, ਕਿਉਂਕਿ ਜਿਸ ਤਰੀਕੇ ਦੇ ਨਾਲ ਬਿਮਾਰੀ ਪਈ ਹੈ ਝੋਨੇ ਨੂੰ, ਝੋਨਾ ਕਮਲਾ ਰਿਹਾ ਔਰ ਸੁੱਕਦਾ ਜਾ ਰਿਹਾ। ਕਹਿੰਦੇ ਪਾਣੀ ਬਹੁਤ ਲਾਏ ਆ, ਪਰ ਪਾਣੀ ਲਾਉਣ ਦੇ ਨਾਲ ਵੀ ਕੋਈ ਅਸਰ ਨਹੀਂ ਹੋਇਆ। ਰੇਹਾਂ ਸਪਰੇਹਾਂ ਬਹੁਤ ਕਰੀਆਂ, ਕੋਈ ਅਸਰ ਹੁੰਦਾ ਹੋਇਆ ਨਜ਼ਰ ਨਹੀਂ ਆਇਆ, ਜਿਸ ਤੋਂ ਬਾਅਦ ਅੱਕ ਕੇ ਕਿਸਾਨ ਨੂੰ ਇਹ ਜਿਹੜਾ ਅੱਕ ਚੱਬਣਾ ਪਿਆ ਹੈ ਔਰ ਅੱਕ ਕੇ ਕਿਸਾਨ ਹੁਣ ਆਪਣੀ ਪੁੱਤਾਂ ਵਰਗੀ ਫਸਲ ਨੂੰ ਵਾਹ ਰਿਹਾ ਹੈ। ਕਿੰਨਾ ਔਖਾ ਇਹ, ਕਿਉਂਕਿ ਬਹੁਤ ਆਸਾਂ ਉਮੀਦਾਂ ਲਾ ਕੇ ਕਿਸਾਨ ਬੈਠਾ ਹੁੰਦਾ ਹੈ, ਕਿਉਂਕਿ ਫਸਲ ਜਦੋਂ ਆਉਂਦੀ ਹੈ, ਫਸਲ ਤੇ ਆਸਾਂ ਉਮੀਦਾਂ ਹੁੰਦੀਆਂ, ਘਰ ਦੇ ਸਾਰੇ ਖਰਚੇ। ਔਰ ਇਹ ਵੀ ਗੱਲ ਹੈ ਕਿ ਦੱਸਿਆ ਜਾ ਰਿਹਾ, ਨਾਲ ਦੇ ਲੋਕ ਦੱਸ ਰਹੇ ਨੇ ਕਿ ਇਹ ਜ਼ਮੀਨ ਜਿਹੜੀ ਹੈ ਇਹ ਠੇਕੇ ਲਈ ਹੋਈ ਹੈ। 20 ਕਿੱਲਿਆਂ ਦੇ ਕਰੀਬ ਜ਼ਮੀਨ ਜਿਹੜੀ ਹੈ ਇਹ ਠੇਕੇ ਲਈ ਹੋਈ ਹੈ। ਰੁਕ ਕੇ ਕੋਸ਼ਿਸ਼ ਵੀ ਕਰਾਂਗੇ ਕਿ ਆਖਰ ਇਹ ਫੈਸਲਾ ਕਿਸਾਨ ਨੂੰ ਕਿਉਂ ਲੈਣਾ ਪਿਆ। ਗੁਰਜੰਟ ਸਿੰਘ ਹੁਣੀ ਜਿਨ੍ਹਾਂ ਨੇ ਠੇਕੇ ਲਈ ਇਹ ਜ਼ਮੀਨ ਔਰ ਹੁਣ ਉਹ ਇਸ ਜ਼ਮੀਨ ਨੂੰ ਵਾਹ ਰਹੇ ਨੇ, ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕੀ ਕਹਿੰਦੇ ਨੇ ਗੁਰਜੰਟ ਸਿੰਘ ਹੁਣੀ ਔਰ ਕਿਸ ਤਰੀਕੇ ਦੇ ਨਾਲ ਆਖਰ ਇਲਾਜ ਜਾਂ ਸਪਰੇਹਾਂ ਕਰਵਾਉਣ ਦੀ ਕੋਸ਼ਿਸ਼ ਇਹਨਾਂ ਨੇ ਕੀਤੀ ਇਸ ਚੀਜ਼ ਨੂੰ ਲੈ ਕੇ, ਔਰ ਇਸ ਦਾ ਹੱਲ ਕੀ ਹੈ ਜਾਂ ਹੱਲ ਲੱਭਿਆ ਨਹੀਂ ਕੋਈ, ਜਾਂ ਫਿਰ ਵਜ੍ਹਾ ਕੀ ਸੀ ਅੱਕ ਕੇ ਕਿਉਂ ਇਹ ਡਿਸੀਜ਼ਨ ਇਹਨਾਂ ਨੂੰ ਲੈਣਾ ਪਿਆ ਹੈ। ਗੁਰਜੰਟ ਸਿੰਘ ਹੁਣੀ ਸਾਡੇ ਨਾਲ ਨੇ। ਗੁਰਜੰਟ ਭਾਈ, ਬਹੁਤ ਔਖਾ ਸਮਾਂ ਮੈਂ ਓਬਜ਼ਰਵ ਕਰ ਰਿਹਾ ਸੀ ਤੁਹਾਡੇ ਫੇਸ ਨੂੰ ਵੀ ਕਿ ਫਸਲ ਵਾਹ ਰਹੇ ਹੋ ਤੁਸੀਂ, ਵਜ੍ਹਾ ਕੀ ਹੈ ਇਸ ਦੀ? ਬਈ ਰੋਵੋ ਨਾ, ਵਜ੍ਹਾ ਕੀ ਹੈ? ਗੁਰਜੰਟ ਭਾਈ ਅਸੀਂ ਨਾਲ ਆ ਤੁਹਾਡੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪਹੁੰਚਾਵਾਂਗੇ, ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਆਵਾਜ਼ ਜਿਹੜੀ ਹੈ ਪਹੁੰਚੇ। ਮੈਂ ਦਰਦ ਸਮਝ ਸਕਦਾ ਤੁਹਾਡਾ, ਕਿਉਂਕਿ ਅਸੀਂ ਵੀ ਕਿਸਾਨ ਦੇ ਪੁੱਤ ਹਾਂ। ਬੇਸ਼ੱਕ ਅਸੀਂ ਕਿੱਤਾ ਹੋਰ ਚੁਣ ਲਿਆ, ਬਾਈ ਪ੍ਰੋਫੈਸ਼ਨ ਅਸੀਂ ਪੱਤਰਕਾਰ ਜ਼ਰੂਰ ਹਾਂ, ਪਰ ਅਸੀਂ ਇੱਕ ਕਿਸਾਨ ਦੇ ਵੀ ਪੁੱਤ ਹਾਂ। ਪੂਰਾ ਬਰੀਫ ਕਰੋ ਕਿ ਨਾ ਮੈਨੂੰ ਕਿ ਕੀ ਹੋਇਆ, ਆਖਰ ਕਿਉਂ ਤੁਹਾਨੂੰ ਇਹ ਫਸਲ ਵਾਹਣੀ ਪਈ ਹੈ?
ਦੇਖੋ ਜੀ ਸਾਰੀਆਂ ਸਪਰੇਆਂ ਕਰ ਚੁੱਕੇ ਹਾਂ ਜੀ ਅਸੀਂ। ਜਿੱਦਣ ਦੀ ਜੀਰੀ ਲਾਈ ਉਦਣ ਦੀਆਂ ਸਪਰੇਆਂ ਕਰ ਰਹੇ ਹਾਂ ਜੀ। ਪੂਰੀ ਬਰਸਾਤ ਹੋ ਗਈ ਸਾਡੇ ਮੋਢਿਆਂ ਦੇ ਢੋਲੀ ਟਿੱਕੀ ਨੂੰ, ਫਿਰ ਹੁਣ ਅਖੀਰ ਨੂੰ ਤਾਂ ਕਦਮ ਚੱਕਣਾ ਹੀ ਪਿਆ ਜੀ ਸਾਨੂੰ ਇਹ। ਨਹੀਂ, ਇਹ ਹੋਇਆ ਕੀ ਸੀਗਾ, ਪੂਰੀ ਗੱਲ ਮੈਨੂੰ ਬਰੀਫ ਕਰਿਓ। ਮੈਨੂੰ ਦੱਸ ਰਹੇ ਸੀ ਬਾਈ ਹੁਣੀ, ਕਹਿੰਦੇ ਕਿ ਠੇਕੇ ਵੀ, ਇਹ ਜ਼ਮੀਨ ਜਿਹੜੀ ਹੈ ਠੇਕੇ ਲਈ ਹੋਈ ਸੀ। ਤੁਸੀਂ ਕਿੰਨੇ ਕਿੱਲੇ ਆ, ਠੇਕਾ ਕਿੰਨਾ ਇਹਦਾ? 30 ਕਿੱਲੇ ਆ ਜੀ ਟੋਟਲ ਠੇਕੇ ਦੇ ਜੀ। 40,000 ਰੁਪਇਆ ਠੇਕਾ ਜੀ, 35 ਔਰ 40 ਦੇ ਵਿੱਚ ਹੈ ਜੀ। ਹਾਂਜੀ, ਸਾਰੇ ਟੋਟਲ ਖਤਮ ਹੋ ਗਈ। 5 ਕਿੱਲੇ ਰਹਿ ਗਏ ਜੀ ਬਾਸਮਤੀ ਦੇ। ਹਾਂਜੀ, ਬਾਕੀ ਖਤਮ ਹੈ ਜੀ। ਇਹ ਬਰੀਡ ਕਿਹੜੀ ਹੈ ਗੁਰਜੰਟ ਬਾਈ? ਇਹ ਪੂਸ਼ਾ 44 ਹੈ ਜੀ, 128 ਹੈ ਜੀ, ਇੱਕ PR 131 ਹੈ ਜੀ, 202 ਹੈ ਜੀ। ਹਾਂਜੀ, ਵੀ ਕਿੱਥੋਂ ਲਿਆਏ ਸੀ ਜਾਂ ਜਿਨ੍ਹਾਂ ਤੋਂ ਲਿਆ ਸੀ? ਖੈੜ ਤੋਂ ਲਿਆ ਤਾ ਜੀ, ਸਰਕਾਰੀ ਮੰਡੀ ਵਿੱਚ ਇਹਨਾਂ ਦੀ ਸਟਾਲ ਲੱਗੀ ਵੀ ਤੀ ਜੀ ਖੈੜ, ਉਹਨਾਂ ਤੋਂ ਲਿਆ ਜੀ। ਸਰਕਾਰੀ ਬੀਜ ਹੈ ਜੀ। ਬੀਜ ਦੇ ਵਿੱਚ ਕੋਈ ਦਿੱਕਤ ਸੀ ਤਕਨੀਕੀ ਜਾਂ ਫਿਰ? ਹਾਂ, ਬੀਜ ਵਿੱਚ ਕੋਈ ਦਿੱਕਤ ਨਹੀਂ ਸੀ ਜੀ, ਬੀਜ ਬਿਲਕੁਲ ਠੀਕ था ਜੀ। ਹੁਣ ਤੱਕ ਜੀਰੀ ਠੀਕ ਰਹੀ ਹੈ ਜੀ। ਹੁਣ ਕਿਆ ਪਤਾ ਜੀ, ਉਹ ਤਾਂ ਰੱਬ ਨੂੰ ਪਤਾ ਜੀ ਕੀ ਹੈ ਕੀ ਨਹੀਂ। ਕੋਈ ਜਿਹੜੇ ਵਿਗਿਆਨਿਕ ਹੁੰਦੇ ਆ ਜਾਂ ਕੋਈ ਡਾਕਟਰ ਟਾਈਪ ਜਿਹੜੇ ਦਵਾਈਆਂ ਵੇਚਦੇ ਨੇ ਖਾਸ ਤੌਰ ਤੇ, ਜਾਂ ਕੋਈ ਉਹਨਾਂ ਦੇ ਨਾਲ ਨਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ? ਕੋਈ ਐਗਰੀਕਲਚਰ ਡਿਪਾਰਟਮੈਂਟ ਦੇ ਨਾਲ ਰਾਬਤਾ ਕਾਇਮ ਕੀਤਾ? ਕਹਿੰਦੇ ਜੀ ਕੋਈ ਇਲਾਜ ਨਹੀਂ ਜੀ ਹੈ ਇਹਦਾ। ਹਾਂਜੀ, ਬਸ ਐ ਫੰਗੀਸਾਈਡ ਕਹਿੰਦੇ ਜੀ, ਸਪਰੇਆਂ ਕਰ ਲਈਆਂ ਜੀ ਫੰਗੀਸਾਈਡ ਦੀਆਂ ਬਹੁਤ। ਨਹੀਂ ਜੀ, ਜਮਾ ਮੋੜ ਨਹੀਂ ਜੀ ਪਿਆ ਹੈ। ਨਹੀਂ, ਫਿਰ ਇਸ ਦਾ ਕੋਈ ਵੀ ਹੱਲ ਨਹੀਂ? ਕੋਈ ਬਿਮਾਰੀ ਫੰਗੀਸਾਈਡ ਹੋਵੇ ਜਾਂ ਹਰ ਚੀਜ਼ ਦਾ ਕੋਈ ਨਾ ਕੋਈ ਇਲਾਜ ਹੁੰਦਾ ਹੈ, ਜਾਂ ਇਹ ਬਿਮਾਰੀ ਇਸ ਇਲਾਕੇ ਦੇ ਵਿੱਚ ਨਵੀਂ ਹੈ? ਇਹ ਨਵੀਂ ਬਿਮਾਰੀ ਹੈ ਜੀ ਇਹ। ਉਹਨਾਂ ਨੇ ਤਾਂ ਆਪਣਾ ਖਹਿੜਾ ਛਡਾ ਲਿਆ ਜੀ, ਕਹਿੰਦੇ ਇਹਦਾ ਇਲਾਜ ਨਹੀਂ ਜੀ ਹੈ ਬਸ। ਹਾਂਜੀ, ਕੋਈ ਕਿੰਨਾ ਨਾਲ ਗੱਲ ਹੋਈ ਹੈ ਤੁਹਾਡੀ? ਸਾਡੀ ਗੱਲ ਤਾਂ ਹਲੇ ਕਿਸੇ ਨਾਲ ਹੋਈ ਨਹੀਂ ਜੀ ਹੈ ਵੈਸੇ। ਹਾਂਜੀ, ਫੋਨ ਤੇ ਵੀਡੀਓ ਦੇਖਦੇ ਹਾਂ ਜੀ ਅਸੀਂ, ਉਹ ਕਹਿੰਦੇ ਵੀ ਇਹਨਾਂ ਦਾ ਇਲਾਜ ਨਹੀਂ ਹੈ। ਯੂਨੀਵਰਸਿਟੀ ਵਾਲੇ ਵੀ ਕਹਿ ਰਹੇ ਹਾਂ ਜੀ। ਹਾਂਜੀ, ਹੈਲਪਲਾਈਨ ਨੰਬਰ ਤੇ ਫੋਨ ਬਥੇਰੇ ਕਰ ਰਹੇ ਹਾਂ ਜੀ ਅਸੀਂ, ਕਹਿੰਦੇ ਇਲਾਜ ਨਹੀਂ ਜੀ ਹੈ ਇਹਦਾ। ਕਿੰਨਾ ਟਾਈਮ ਹੋ ਗਿਆ ਇਹਨੂੰ ਲਾਏ ਨੂੰ? ਇਹ ਲਾਈ ਤੀ 20 ਤਰੀਕ ਨੂੰ ਲਾਈ ਤੀ ਜੀ, 20 ਜੂਨ ਨੂੰ। ਹਾਂਜੀ, ਔਰ 20 ਜੂਨ ਨੂੰ ਲਾਈ, ਔਰ ਉਸ ਤੋਂ ਬਾਅਦ ਫਿਰ ਇਹ ਬਿਮਾਰੀ ਸ਼ੁਰੂ ਹੋਈ ਨੂੰ? ਹੁਣ ਹੋਈ ਹੈ ਜੀ ਸ਼ੁਰੂ, ਜਦੋਂ ਨਿਸਰਨ ਲੱਗੀ ਹੈ ਜੀ, ਉਦੋਂ ਤੋਂ ਹੋਈ ਹੈ ਜੀ। ਗੋਬ ਚ ਪਈ ਹੈ ਉਸ ਤੋਂ ਬਾਅਦ ਫਿਰ? ਹਾਂਜੀ, ਗੋਬ ਦੀ ਮੈਂ ਸਪਰੇਅ ਵੀ ਕਰੀ ਹੈ ਜੀ ਇਹਦੇ ਉੱਪਰ। ਉਹ ਤੋਂ ਬਾਅਦ ਵਿੱਚ ਹੋਈ ਹੈ ਜੀ ਖਰਾਬ। ਪਹਿਲਾਂ ਕੋਈ ਬੂਟਾ ਤਾਂ ਜੀ ਜਿਹੜੇ ਕਹਿੰਦੇ ਜੀ ਉਹ ਮੰਦਰੇ ਬੂਟੇ ਰਹਿ ਜਾਂਦੇ ਨੇ, ਉਹ ਕੋਈ ਬੂਟਾ ਹੈ ਤਾਂ ਜੀ ਵਿੱਚ। ਹੁਣ ਕੋਈ ਇਹਨੂੰ ਬਚਣ ਦੀ ਕੋਈ ਆਸ ਉਮੀਦ ਕਿਸੇ ਤਰ੍ਹਾਂ? ਆਸ ਨਹੀਂ, ਤਾਂ ਹੀ ਤਾਂ ਬਾਉਣ ਲੱਗੇ ਆ ਜੀ। ਬਾਉਣ ਨਾਲ ਹੱਲ ਹੈ? ਅੱਗੇ ਕੀ ਕਰੋਗੇ ਫਿਰ ਵਾਹ ਕੇ? ਬਾਹਣ ਨਾਲ ਹੀ ਹੱਲ ਹੈ ਜੀ। ਕਹਿੰਦੇ ਬੈਰਸ ਇਹ ਦੁਆਰੇ ਰਹਿ ਜਾਂਦਾ ਜੀ, ਫਿਰ ਕਿਤੇ ਕਣਕ ਵਿੱਚ ਵੀ ਨਾ ਚਲੇ ਜਾਵੇ ਬੈਰਸ। ਅਸੀਂ ਹੁਣ ਸੋਚਦੇ ਵੀ ਜ਼ਮੀਨ ਨੂੰ ਸੁਕਾ ਲਈਏ ਵਾਹ ਕੇ, ਹੋਰ ਕੀ ਕਰਾਂਗੇ ਜੀ। ਸੁਕਾ ਕੇ ਤਾਂ ਨੁਕਸਾਨ ਕਿੰਨਾ ਹੋਊਗਾ? ਨੁਕਸਾਨ ਤਾਂ ਜੀ ਹੁਣ ਦੇਖ ਤੁਹਾਨੂੰ ਵੀ ਪਤਾ ਹੀ ਹੈ ਜੀ ਕਿੰਨਾ ਹੋਊਗਾ। ਠੇਕਾ ਕਿੰਨਾ ਚੱਲ ਰਿਹਾ? 40,000 ਰੁਪਇਆ ਠੇਕਾ ਜੀ। 40 ਦੇ ਹਿਸਾਬ ਨਾਲ 30 ਕਿੱਲੇ ਪੈੜੀ ਹੈ ਤੁਹਾਡੇ ਕੋਲ? 30 ਕਿੱਲੇ ਹੈ ਜੀ। 12 ਲੱਖ ਠੇਕਾ ਜਾਣਾ? 12 ਲੱਖ ਰੁਪਇਆ ਠੇਕਾ ਜਾਊਗਾ ਜੀ। 12 ਲੱਖ ਠੇਕਾ ਨਿਕਲੂਗਾ ਕਿੱਦਾਂ ਫਿਰ? ਇਹ ਖਰਚਾ ਹੈ ਜੀ, ਇਕੱਲਾ 12 ਲੱਖ ਨਹੀਂ ਨਾ ਹੈ ਜੀ। 12 ਲੱਖ ਤਾਂ ਇਕੱਲਾ ਮੈਂ ਠੇਕੇ ਦੀ ਗੱਲ ਕਰ ਰਿਹਾ, ਉੱਪਰ ਫਿਰ ਤੁਸੀਂ ਲਵਾਈ ਇਹਦੀ ਝੋਨੇ ਦੀ ਹੋਣੀ ਹੈ, ਫਿਰ ਇਸ ਤੋਂ ਬਾਅਦ ਰੇਹਾਂ ਸਪਰੇਹਾਂ ਦਾ ਖਰਚਾ। ਹਾਂਜੀ, ਖਰਚਾ ਬਾਈ। ਕਿੱਦਾਂ ਕੋਈ ਨਿਕਲਣ ਦੀ ਕੋਈ ਆਸ ਉਮੀਦ ਜਾਂ ਕੋਈ ਸਰਕਾਰ ਵੱਲੋਂ ਕੁਝ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ? ਸਰਕਾਰ ਨੂੰ ਕਹਿਣਾ ਚਾਹੁੰਦੇ ਜੀ ਮੁਆਵਜ਼ਾ ਦਿੱਤਾ ਜਾਵੇ ਸਾਨੂੰ ਜੋ ਬਣਦਾ ਹੈ ਜੀ। ਹਾਂਜੀ, ਇਹੀ ਅਸੀਂ ਤਾਂ ਭਗਵੰਤ ਮਾਨ ਸਾਹਿਬ ਨੂੰ ਕਰਦੇ ਹਾਂ ਅਪੀਲ ਵੀ ਆ ਕੇ ਇੱਥੇ ਦੇਖੋ। ਕੌਣ ਨੇ ਤੁਹਾਡੇ MLA? ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ? ਅਸੀਂ ਕਰਿਆ ਤਾਂ ਜੀ ਉਹਨਾਂ ਨਾਲ ਕੱਲ ਫੋਨ ਤੇ ਗੱਲਾਂ। ਉਹ ਕਹਿੰਦੇ ਅੱਜ ਸਾਨੂੰ ਕਿਤੇ ਭੋਗ ਹੈ, ਅਸੀਂ ਕੱਲ ਨੂੰ ਉਹਨਾਂ ਨਾਲ ਆਵਾਂਗੇ। ਗੱਲ ਹੋਈ ਸੀ ਤੁਹਾਡੀ? ਆਪਣਾ ਬੈਨੀਪਾਲ ਗਰੁੱਪ ਹੈ ਜੀ, ਉਹਨਾਂ ਨਾਲ। ਕੋਈ MLA ਦੇ ਨਾਲ ਕਿਸੇ ਨਾਲ? ਪਹਿਲੇ ਨਾਲ ਨਹੀਂ, ਉਹਨਾਂ ਦੇ ਮੂਰੇ ਬੰਦੇ ਛੱਡੇ ਵੇ ਜਿਹੜੇ ਆਪਣੇ ਹਲਕੇ ਵਿੱਚ, ਉਹਨਾਂ ਨਾਲ ਗੱਲ ਕਰੀ ਤੀ। ਖਰੜ ਹਲਕਾ ਅਨਮੋਲ ਗਗਨਮਾਨ ਹੁਣੀ ਤੁਹਾਡੇ MLA ਹੈ, ਉਹਨਾਂ ਦੀ ਇੱਕ ਟੀਮ ਨਾਲ ਕੋਈ ਉਹਨਾਂ ਨਾਲ ਸੰਪਰਕ? ਟੀਮ ਨਾਲੇ ਕਰਿਆ ਤਾ ਜੀ ਸੰਪਰਕ, ਬੈਨੀਪਾਲ ਸਾਹਿਬ ਨਾਲ। ਉੱਥੇ ਕਰਤਾਰ ਪਰਦੇ ਆ ਜੀ, ਉਹਨਾਂ ਨਾਲ ਅਸੀਂ ਗੱਲ ਕਰੀ ਤੀ। ਉਹ ਕਹਿੰਦੇ ਅਸੀਂ ਅੱਜ ਤਾਂ ਆ ਨਹੀਂ ਸਕਦੇ ਹਾਂ, ਕੱਲ ਨੂੰ ਆਵਾਂਗੇ ਜੀ। ਦੇਖੋ ਹੁਣ ਆਉਂਦੇ ਜਾਂ ਨਹੀਂ ਆਉਂਦੇ। ਮੁਆਵਜ਼ਾ ਲੱਗਦਾ ਤੁਹਾਨੂੰ ਗਵਰਨਮੈਂਟ ਦੇਊਗੀ ਇਸ ਚੀਜ਼ ਨੂੰ ਲੈ ਕੇ, ਜਾਂ ਕੋਈ ਹੋਰ ਹੱਲ, ਕੋਈ ਵਿਚਲਾ ਰਾਹ ਨਿਕਲ ਸਕਦਾ ਅਜੇ ਵੀ ਕਿ ਨਹੀਂ? ਦਊਗੀ ਤਾਂ ਠੀਕ ਹੈ, ਫਿਰ ਨਹੀਂ ਤਾਂ ਰੋਡ ਘੇਰਾਂਗੇ ਜੀ। ਫਿਰ ਤਾਂ ਇਹੀ ਹੈ ਜ਼ਿਮੀਂਦਾਰਾਂ ਪਾ, ਹੋਰ ਤਾਂ ਕੋਈ ਹੱਲ ਹੈ ਨਹੀਂ। ਅੱਛਾ, ਮੈਨੂੰ ਇਹ ਦੱਸੋ, ਝੋਨੇ ਵਾਰੀ ਇਹ ਦਿੱਕਤ ਆਈ ਹੈ, ਕਣਕ ਜਦੋਂ ਤੁਸੀਂ ਬੀਜੀ ਕਣਕ ਠੀਕ ਹੋਈ ਹੈ ਇੱਥੇ? ਨਹੀਂ ਜੀ, ਤਿੰਨ ਫਸਲਾਂ ਹੋ ਗਈਆਂ ਜੀ ਇਹੀ ਕੰਮ ਹੁੰਦਾ ਨੂੰ। ਹਾਂਜੀ, ਇਸੇ ਜ਼ਮੀਨ ਦੇ ਵਿੱਚ ਇਹ ਦਿੱਕਤ ਆ ਰਹੀ ਹੈ ਲਾਗੇ ਜਿਹੜੀ? ਟੋਟਲ ਏਰੀਆ ਵਿੱਚ ਹੈ ਜੀ, ਟੋਟਲ ਏਰੀਆ ਵਿੱਚ, ਕੱਲੀ ਇਸ ਜ਼ਮੀਨ ਵਿੱਚ ਨਹੀਂ ਹੈ। ਕਿੰਨੇ ਸਾਲਾਂ ਤੋਂ ਦਿੱਕਤ ਆ ਰਹੀ? ਐਤਕੀ ਆਈ ਹੈ ਜੀ ਇਹ। ਹਾਂਜੀ, ਇਹ ਸਭ ਤੋਂ ਔਖਾ ਕੰਮ ਇਹ ਹੁੰਦਾ ਕਿਸਾਨ ਨੂੰ ਕਿ ਆਪਣੀ ਪੈੜੀ ਵਾਹੁਣਾ। ਦਿਲ ਤੇ ਪੱਥਰ ਰੱਖ ਕੇ ਇਹ ਸਟੈਪ ਜਿਹੜਾ ਚੁੱਕ ਰਹੇ ਹੋ, ਪਰਿਵਾਰ ਨੂੰ ਦੱਸ ਕੇ ਆਏ ਹੋ ਇਸ ਦੇ ਬਾਰੇ? ਹਾਂਜੀ, ਪਰਿਵਾਰ ਨੂੰ ਤਾਂ ਦੱਸਿਆ ਹੋਈ ਹੈ, ਪਰਿਵਾਰ ਨੂੰ ਤਾਂ ਪਤਾ ਹੈ। ਹਾਂਜੀ, ਕੀ ਕਿਹਾ ਪਰਿਵਾਰ ਨੇ? ਵੀ ਕੋਈ ਹੱਲ ਲੱਭਣ ਦੀ ਕੋਸ਼ਿਸ਼, ਜਾਂ ਫਿਰ ਵਾਹੁਣਾ ਹੀ ਆਖਰੀ ਹੱਲ ਹੈ ਇਹਦਾ? ਵਾਹੁਣਾ ਹੀ ਹੱਲ ਹੈ ਜੀ ਹੁਣ, ਹੋਰ ਕੀ ਹੱਲ ਹੋ ਸਕਦਾ ਜੀ ਇਹਦਾ? ਹੋਰ ਤਾਂ ਕੋਈ ਹੱਲ ਨਹੀਂ, ਖਤਮ ਹੋ ਚੁੱਕੀ ਜੀ ਹੁਣ। ਇਹਨਾਂ ਦੇ ਵਿੱਚ ਕਿਆ ਰਹਿ ਗਿਆ ਜੀ ਪਿੱਛੇ? ਹਾਂਜੀ, ਠੀਕ ਹੈ। ਤਾਂ ਗੁਰਜੰਟ ਸਿੰਘ ਹੁਣੀ ਬਾਈ ਸਾਡੇ ਨਾਲ ਸੀਗੇ। ਆਪਦੀ ਜ਼ਮੀਨ ਵਾਹੁਣ ਦਾ ਇਹਨਾਂ ਨੇ ਫੈਸਲਾ ਲਿਆ, ਕਿਉਂਕਿ ਫਸਲ ਜਿਹੜੀ ਹੈ ਕਹਿੰਦੇ ਕਿ ਕੋਈ ਹੋਰ ਹੱਲ ਹੈ ਹੀ ਨਹੀਂਗਾ। ਇੱਕ ਕੋਈ
ਵਾਇਰਸ ਦੱਸਿਆ ਜਾ ਰਿਹਾ ਹੈ। ਐਗਰੀਕਲਚਰ ਡਿਪਾਰਟਮੈਂਟ ਦੇ ਲੋਕਾਂ ਦੇ ਨਾਲ ਹੈਲਪਲਾਈਨ ਨੰਬਰ ਖਾਸ ਤੌਰ ਤੇ ਜਿਹੜੇ ਵੈਬਸਾਈਟਸ ਤੇ ਹੁੰਦੇ ਆ ਉਹਨਾਂ ਤੇ ਇਹਨਾਂ ਨੇ ਕਾਲ ਬਹੁਤ ਸਾਰੀਆਂ ਕੀਤੀਆਂ, ਪਰ ਕਹਿੰਦੇ ਕੋਈ ਹੱਲ ਸਾਨੂੰ ਮਿਲਿਆ ਨਹੀਂ, ਕੋਈ ਜਵਾਬ ਨਹੀਂ ਮਿਲਿਆ। ਬੇਸ਼ੱਕ ਸਰਕਾਰਾਂ ਲੱਖਾਂ ਦਾਅਵੇ ਕਰਦੀਆਂ ਨੇ ਕਿ ਅਸੀਂ ਸੁਵਿਧਾ ਦੇਵਾਂਗੇ, ਕਿਸਾਨ ਦੇ ਹੱਕਾਂ ਦੀਆਂ ਗੱਲਾਂ ਕੀਤੀਆਂ ਜਾਂਦੀਆਂ, ਪਰ ਲੱਗਦਾ ਹੈ ਕਿ ਉਹ ਸੋਸ਼ਲ ਪਲੇਟਫਾਰਮ ਤੇ ਹੀ ਰਹਿ ਜਾਂਦੀਆਂ, ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਬਾਈ ਆਖਰੀ ਗੱਲ, ਨੇੜੇ ਹੀ ਚੰਡੀਗੜ੍ਹ ਹੈ, ਭਗਵੰਤ ਮਾਨ ਹੁਣੀ ਨੇੜੇ ਹੀ ਰਹਿੰਦੇ, ਤੁਹਾਡੇ ਮੁੱਖ ਮੰਤਰੀ ਨੇ, ਔਰ ਅਨਮੋਲ ਗਗਨ ਮਾਨ ਹੁਣਾਂ ਦਾ ਜਿਹਨਾਂ ਤੁਸੀਂ ਜ਼ਿਕਰ ਕੀਤਾ ਹੈ ਉਹ MLA ਵੀ ਨੇ, ਇੱਕ ਮੰਤਰੀ ਵੀ ਨੇ, ਔਰ ਉਹਨਾਂ ਨੂੰ ਕੋਈ ਗੱਲ ਕਹਿਣੀ ਚਾਹੁੰਦੇ ਹੋ ਸਾਡੇ ਥਰੂ? ਅਸੀਂ ਤਾਂ ਉਹਨਾਂ ਨੂੰ ਇਹੀ ਬੇਨਤੀ ਕਰਦੇ ਹਾਂ ਜੀ ਵੀ ਸਾਡਾ ਬਣਦਾ ਮੁਆਵਜ਼ਾ ਦਿੱਤਾ ਜਾਵੇ, ਆ ਕੇ ਦੇਖੋ ਇੱਥੇ ਜੀ। ਹਾਂਜੀ। ਤਾਂ ਬਹੁਤ ਸਾਰਾ ਖਰਚਾ ਜਿਹੜਾ ਕਿਸਾਨ ਨੂੰ ਝੱਲਣਾ ਪੈਂਦਾ ਹੈ। ਤਾਂ ਬਾਈ ਗੁਰਜੰਟ ਹੁਣਾਂ ਦੇ ਤੁਸੀਂ ਫੇਸ ਐਕਸਪ੍ਰੈਸ਼ਨ ਦੇਖ ਹੀ ਸਕਦੇ ਹੋ, ਕਿੰਨੇ ਮਾਯੂਸ ਨੇ, ਦੁੱਖ ਦੀ ਘੜੀ ਹੈ, ਕਿਉਂਕਿ ਪੁੱਤਾਂ ਵਰਗੀ ਫਸਲ ਹੈ ਔਰ ਜਿਹੜੀ ਇਹਨਾਂ ਨੂੰ ਦਿਲ ਕਰੜਾ ਕਰਕੇ ਵਾਹਣੀ ਪੈ ਰਹੀ ਹੈ। ਬਾਈ ਹੁਣੀ ਸਾਡੇ ਨਾਲ ਨੇ। ਬਾਈ ਜੀ, ਮੈਂ ਇਹ ਜਾਣਨਾ ਚਾਹੂੰਗਾ, ਨੇੜੇ ਦੇ ਲੋਕ ਨੇ, ਤੁਸੀਂ ਕੋਸ਼ਿਸ਼ ਕੀਤੀ ਰੋਕਣ ਦੀ ਜਾਂ ਕੁਛ ਇਹਨਾਂ ਨੂੰ ਕੀ ਸਟੈਪ ਨਾ ਚੁੱਕਿਆ ਜਾਵੇ ਕਿ ਹੋਰ ਕੋਈ ਰਾਹ ਨਿਕਲ ਸਕਦਾ? ਨਹੀਂ, ਦੇਖੋ ਅਸੀਂ ਤਾਂ ਇਹ ਪਰਿਵਾਰ ਨੂੰ ਬੜਾ ਹੌਸਲਾ ਦਿੱਤਾ ਵੀ ਚਲੋ ਦੇਖ ਲਓ ਵੀ ਇਹ ਹਲੇ 2 ਮਹੀਨੇ ਪਏ ਆ ਫਸਲ ਵੱਢਣ ਨੂੰ, ਉਹ ਤੋਂ ਬਾਅਦ ਵੀ ਕੋਈ ਮੋੜ ਪੈ ਜਾਵੇ। ਇਹਨਾਂ ਨੇ ਬੰਦੇ ਨੇ ਸਪਰੇਆਂ ਬੜੀਆਂ ਕੀਤੀਆਂ। ਸਾਡੇ ਪਿੰਡ 'ਚੋਂ 1 ਨੰਬਰ ਖੇਤੀ ਇਹਨਾਂ ਦੀ ਹੈ, ਸਹਾਰਾ ਜਿਹੜਾ ਪਰਿਵਾਰ ਦਾ ਗੁਜ਼ਾਰਾ ਹੈ ਉਹ ਖੇਤੀ ਹੋ ਖੇਤੀ ਜਾਂ ਫਿਰ ਆਪਣਾ ਫਾਰਮਿੰਗ, ਜਿਹੜੀ ਮੈਸਾਂ ਗਾਂ ਰੱਖੀ ਮੈਂ। ਹੁਣ ਪਰਿਵਾਰ ਤੇ ਤਾਂ ਪਹਿਲਾਂ ਦੁੱਖਾਂ ਦਾ ਪਾੜ ਪਹਿਲਾਂ ਟੁੱਟ ਕੇ ਹਟਿਆ, ਤੇ ਇਹਨਾਂ ਦੇ 4 ਗਾਂ ਪਹਿਲਾਂ ਮਰ ਗਈਆਂ ਆ ਲੰਮੀ ਸਕਿਨ ਬਿਮਾਰੀ ਨਾਲ। 4 ਉਹ ਤੋਂ ਬਾਅਦ ਇਹ ਖੇਤੀ ਸੀਗੀ ਸਾਰੀ ਠੇਕੇ ਤੇ ਹੈ। 40 ਕਿੱਲੇ 25 ਕਿੱਲੇ 30 ਕਿੱਲੇ ਆ, ਇਹ 40,000 ਨੂੰ ਠੇਕੇ ਤੇ, 40,000 ਦਾ ਠੇਕਾ ਹੋ ਗਿਆ। ਉਸ ਤੋਂ ਬਾਅਦ ਜਿਹੜਾ ਰੇ ਬੀਜ ਸਪਰੇਹਾਂ ਆਪਣੀਆਂ ਬੰਦਿਆਂ ਦੀਆਂ ਦਿਹਾੜੀਆਂ ਉਹ ਬਿਲਕੁਲ ਜ਼ੀਰੋ ਹੈ। ਪਰਿਵਾਰ ਦੇ ਹੁਣ ਖਰਚੇ ਵੀ ਹੈਗੇ, ਉਹ ਕਿੱਥੋਂ ਚੱਲਣਗੇ? ਸਾਡੀ ਤਾਂ ਸਰਕਾਰ ਨੂੰ ਤੇ ਅਨਮੋਲ ਗਗਨ ਮਾਨ ਜੀ ਨੂੰ ਇਹੀ ਬੇਨਤੀ ਹੈ ਵੀ ਇੱਥੇ ਆਣ ਕੇ ਇਹਨਾਂ ਦਾ ਮੁਆਵਜ਼ਾ ਲਿਆ ਜਾਵੇ, ਤੇ ਜਿੰਨੀ ਇਹਦੀ ਫਸਲ ਬਰਬਾਦ ਹੋਈ ਉਹਦਾ ਸਾਰੀ ਦਾ ਇਹਨਾਂ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ। ਤੇ ਜਿਹੜੀ ਹੁਣ ਪਹਿਲਾਂ ਗਾਂ ਮਰੀਆਂ ਉਹਨਾਂ ਦਾ ਕੋਈ ਵੀ ਸਾਨੂੰ ਉਹ ਨਹੀਂ ਮਿਲਿਆ। ਚਲੋ ਉਹ ਤਾਂ ਪਰਿਵਾਰ ਫਿਰ ਵੀ ਅਜੇ ਤੱਕ ਨਹੀਂ ਹੋਇਆ, ਪਰ ਜਿਹੜੀ ਹੁਣ ਸਰਕਾਰ ਕਹਿੰਦੀ ਹੈ ਵੀ ਜਿਹੜੀ ਫਸਲ ਆਪਾਂ ਪੁੱਤਾਂ ਵਾਂਗੂ ਪਾਲਦੇ ਹਾਂ, ਪੁੱਤ ਦਾ ਕੀ ਸਹਾਰਾ ਆਉਂਦਾ ਵੀ ਬੁਢੇਪੇ 'ਚ ਪਰਿਵਾਰ ਦਾ ਸਹਾਰਾ ਬਣ ਸਕੇ। ਜਿਹੜੀ ਹੁਣ ਫਸਲ ਜ਼ੀਰੋ ਹੋ ਗਈ, ਉਹਦਾ ਕੋਈ ਸਹਾਰਾ ਹੀ ਨਹੀਂ ਸਾਨੂੰ ਅੱਗੇ ਜਾ ਕੇ। ਹੁਣ 2 ਮਹੀਨੇ ਰਹਿੰਦੇ ਸੀ ਵੀ ਚਲੋ ਜਿਹੜਾ ਆੜਤ ਤੋਂ ਪੈਸਾ ਉਹ ਦੇ ਦੇਣਗੇ, ਰੇ ਸਪਰੇ ਬੀਜਾਂ ਦਾ ਉਹ ਸਾਰਾ ਆਧਾਰ ਚੱਕਿਆ ਹੁੰਦਾ ਜ਼ਿਮੀਂਦਾਰ ਨੇ, ਫਸਲ ਆਉਣ ਤੇ ਦੇਣਾ ਹੁੰਦਾ, ਉਹ ਹੁਣ ਕਿੱਥੋਂ ਦੇਣਾ ਸੀ? ਉਹ ਸਾਡਾ ਕਰਜ਼ਾ ਖੜਾ ਰਹਿ ਗਿਆ, ਜਿਹੜਾ ਠੇਕਾ ਦੇਣਾ ਉਹ ਅਲੱਗ ਹੈ। ਕਰਜ਼ੇ ਦਾ ਜ਼ਿਕਰ, ਬਾਈ ਕਰਜ਼ੇ ਦਾ ਬਾਈ ਹੁਣੀ ਜ਼ਿਕਰ ਕਰ ਰਹੇ ਆ, ਲੰਪੀ ਸਕਿਨ ਬਿਮਾਰੀ ਦੇ ਨਾਲ ਹੋਰ ਇਹਨਾਂ ਨੇ ਗੱਲ ਦੱਸੀ ਕਿ ਗਾਵਾਂ ਵੀ ਮਰ ਗਈਆਂ। ਤੁਹਾਡੀ ਕਿੰਨਾ ਨੁਕਸਾਨ ਹੋ ਗਿਆ? ਉਹ ਗਾਂ ਮਰ ਗਈਆਂ ਜੀ, 3 ਗਾਂ ਮਰ ਗਈਆਂ ਜੀ। ਹਾਂਜੀ। ਕਿੰਨੇ ਦਾ ਨੁਕਸਾਨ ਸੀਗਾ ਉਹ? ਗਾਂ ਦਾ ਨੁਕਸਾਨ ਵੀ ਤੇ ਮੰਨ ਲਓ ਲੱਖ ਰੁਪਏ ਦਾ ਤਾਂ ਹੈ ਹੀ ਤਾਂ ਜੀ। 50 ਕਰਜ਼ਾ ਕਿੰਨਾ ਸਿਰ ਤੇ? ਕਰਜ਼ਾ ਕੁਰਜ਼ਾ ਦਾ ਜੀ ਕੋਈ ਹੈ ਨਹੀਂ ਹਲੇ ਤਾਂ, ਨਹੀਂ ਜੀ। ਪਰ ਇਹ ਜਿਹੜਾ ਨੁਕਸਾਨ ਹੈ ਇਹ ਵੱਡਾ ਹੋ ਗਿਆ। ਕਰਜ਼ਾ ਹੀ ਹੈ ਜੀ ਇਹ। ਹਾਂਜੀ। ਜਿਹੜਾ ਠੇਕਾ ਦੇਣਾ ਔਰ 12 ਲੱਖ ਤਾਂ ਸਿੱਧਾ ਸਿੱਧਾ ਠੇਕਾ ਹੋ ਗਿਆ, ਔਰ ਉਸ ਤੋਂ ਬਾਅਦ ਖਰਚੇ ਜਿਹੜੇ ਆ, ਫਿਰ ਡੀਜ਼ਲ ਸਭ ਤੋਂ ਵੱਡਾ ਖਰਚਾ, ਰੇਹਾਂ ਸਪਰੇਹਾਂ ਦਾ ਖਰਚਾ, ਫਿਰ ਜੀਰੀ ਦਾ ਖਰਚਾ। ਹਾਂਜੀ ਹਾਂਜੀ, ਇਹ ਕਰਜ਼ਾ ਹੀ ਹੈ ਜੀ, ਇੱਕ ਕਿਸਮ ਦਾ ਜਿਹੜਾ ਚੜ ਗਿਆ ਸਿਰ ਤੇ ਜੀ। ਹਾਂਜੀ, ਹੁਣ ਚੜ ਜੂਗਾ ਜੀ, ਪਹਿਲਾਂ ਨਹੀਂ ਤਾਂ ਹੁਣ ਚੜ ਜੂਗਾ। ਇਹ ਬਾਈ ਗੁਰਜੰਟ ਸਿੰਘ ਹੁਣੀ ਨੇ, ਔਰ ਇਹਨਾਂ ਦਾ ਨੇੜੇ ਹੀ ਬਿਲਕੁਲ ਮੁੱਲਾਂਪੁਰ ਦੇ ਲਾਗੇ ਹੀ ਪਿੰਡ ਪੈਂਦਾ। ਪਿੰਡ ਕਿਹੜਾ, ਇਹ ਜਿਹੜੀ ਜਗ੍ਹਾ ਕਿਹੜੀ, ਇਹ ਵੀ ਮੈਂ ਜ਼ਰੂਰ ਚਾਹੂੰਗਾ ਲੋਕੇਸ਼ਨ ਜ਼ਰੂਰ ਦੱਸ ਦਿਓ, ਤਾਂ ਕਿ ਜੇ ਕਿਸੇ ਅਫਸਰ ਨੇ ਜਾਂ ਕਿਸੇ ਮਹਿਕਮੇ ਦੇ ਬੰਦਿਆਂ ਨੇ ਪਹੁੰਚਣਾ ਤਾਂ ਉਹਨਾਂ ਨੂੰ ਆਸਾਨ ਹੋ ਜਾਵੇ। ਇਹ ਫਿਰੋਜ਼ਪੁਰ ਬੰਗਰ ਪੈਂਦਾ ਜੀ ਪਿੰਡ, ਨਿਊ ਚੰਡੀਗੜ੍ਹ ਇਕੋ ਸਿਟੀ ਦੇ ਵਿੱਚ। ਹਾਂ, ਜਿਹੜੀ ਸਾਡੇ ਨਾਲ ਮੋਦੀ ਸਾਹਿਬ ਹੁਣ ਪਹਿਲਾਂ ਸਾਡੇ ਪਰਿਵਾਰ ਪਿੰਡ ਨੂੰ ਇੰਨਾ ਗਏ ਵੀ 2 ਪ੍ਰਧਾਨ ਮੰਤਰੀ ਸਾਡੇ ਪਿੰਡ 'ਚ ਉਦਘਾਟਨ ਕਰ ਗਏ, ਤੇ ਨਾ ਤਾਂ ਸਾਡੇ ਪਿੰਡ ਨੂੰ ਕੋਈ ਸਹੂਲਤ ਮਿਲੀ ਇਹਦੀ। ਇਹ ਇੱਥੇ ਚਿੱਟਾ ਹਾਥੀ ਖੜਾ ਕਰਤਾ, ਇਹ ਜਿਹੜਾ ਕੈਂਸਰ ਹਸਪੀਟਲ ਬਣਾਇਆ ਇੱਥੇ, ਇਹਨੂੰ ਅਸੀਂ ਬਸ ਦੇਖ ਸਕਦੇ ਹਾਂ ਦੂਰ ਤੇ। ਇਹਦੇ ਵਿੱਚ ਸਾਨੂੰ ਨਾ ਤਾਂ ਕਿਸੇ ਪਿੰਡ ਦੇ ਨੂੰ ਬੰਦੇ ਨੂੰ, ਕਿਸੇ ਵੀ ਮੁੰਡੇ ਨੂੰ, ਨੌਜਵਾਨ ਨੂੰ, ਪੜ੍ਹੇ ਲਿਖੇ ਬੜੇ ਆ, ਕਿਸੇ ਨੂੰ ਨੌਕਰੀ ਨਹੀਂ। ਬੰਗਾਲ, ਬਿਹਾਰ, ਨੇਪਾਲ, ਯੂਪੀ ਇੱਧਰੋਂ ਆਣ ਕੇ ਤਾਂ ਇੱਥੇ ਨੌਕਰੀ ਕਰ ਰਹੇ, ਪਰ ਸਾਡੇ ਪਰਿਵਾਰ ਪਿੰਡ ਦੇ ਨੂੰ ਜਾਂ ਸਾਡੇ ਏਰੀਏ ਦੇ ਨੂੰ ਕਿਸੇ ਨੂੰ ਨੌਕਰੀ ਨਹੀਂ ਹੋਊਗੀ। ਅੰਦਰ ਸਟਾਫ ਜਿਹੜਾ ਹੋਊਗਾ ਬਾਹਰੋਂ ਹੋਊਗਾ ਸਾਰਾ, ਲੋਕਲ ਬੰਦੇ ਰੱਖਦੇ ਹੀ ਨਹੀਂ ਇਹ। ਬਾਈ ਗੁਰਜੰਟ ਸਿੰਘ ਹੁਣੀ ਨੇ, ਜਿਨ੍ਹਾਂ ਦਾ ਇਹ ਝੋਨਾ, ਇਹ ਮੈਂ ਇੱਕ ਵਾਰ ਇਹ ਵੀ ਚਾਹੂੰਗਾ ਜ਼ਰੂਰ ਬਲਜਿੰਦਰ ਆ ਚੱਲ ਕੇ ਜ਼ਰੂਰ ਨਾਲ ਦਿਖਾ ਦਿਓ ਕਿ ਕਿੰਨਾ ਦੁੱਖਾਂ ਦਾ ਪਹਾੜ ਇਸ ਕਿਸਾਨ ਦੇ ਉੱਪਰ ਟੁੱਟਿਆ ਹੈ, ਔਰ 20 ਕਿੱਲਿਆਂ ਤੋਂ ਵੱਧ ਜਿਹੜੀ ਹੈ ਫਸਲ ਇਹ ਕਿਸਾਨ ਦੀ ਤਬਾਹ ਹੋ ਚੁੱਕੀ ਹੈ। ਕਿਉਂਕਿ ਆ ਦੇਖੋਗੇ ਤੁਸੀਂ, ਮੈਂ ਇੱਕ ਵਾਰ ਬਲਜਿੰਦਰ ਨੂੰ ਕਹੂੰਗਾ, ਬਲਜਿੰਦਰ ਆ ਜ਼ਰੂਰ ਇੱਕ ਵਾਰ ਦਿਖਾ ਦਿਓ ਤੁਸੀਂ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਫਸਲ ਆ ਇਹ ਸੁੱਕਦਾ ਜਾ ਰਿਹਾ, ਪੱਤੇ ਜਿਹੜੇ ਆ ਇਹ ਸੁੱਕਦੇ ਜਾ ਰਹੇ ਆ ਝੋਨੇ ਦੇ, ਔਰ
ਪੂਸਾ ਬਰੀਡ ਵਧੀਆ ਕੁਆਲਿਟੀ ਦਾ ਬੀ ਦੱਸਿਆ ਜਾ ਰਿਹਾ ਇਹਨਾਂ ਦੇ ਵੱਲੋਂ। ਬੀ ਵੀ ਦੱਸਿਆ ਜਾ ਰਿਹਾ ਕਿ ਲਿਆ ਗਿਆ ਸੀ ਜਿਹੜਾ ਯੂਨੀਵਰਸਿਟੀ ਤੋਂ ਅਪਰੂਵਡ ਬੀ ਲਿਆ ਗਿਆ ਸੀ ਔਰ ਅਖੀਰੀ ਫੈਸਲਾ ਕੀਤਾ ਕਿਸਾਨ ਨੇ, ਕਿਉਂਕਿ ਦੇਖੋਗੇ ਤੁਸੀਂ ਗਿੱਲ ਵੀ ਹੈਗੀ ਹੈ, ਥੋੜੇ ਦਿਨ ਪਹਿਲਾਂ ਹੀ ਪਾਣੀ ਲਾਇਆ ਸੀ ਔਰ ਪਰਲੇ ਬੰਨੇ ਝੋਨਾ ਹੋਰ ਹੈ ਉਹ ਵੀ ਇਸੇ ਤਰ੍ਹਾਂ, ਔਰ ਇਸ ਬੰਨੇ ਵੀ ਔਰ ਦੂਸਰੇ ਬੰਨੇ ਵੀ, ਉਸ ਬੰਨੇ ਵੀ ਤੁਸੀਂ ਦੇਖੋਗੇ ਤਾਂ ਹੁਣ ਕਿਸਾਨ ਤਵੀਆਂ ਦੇ ਨਾਲ ਫੈਸਲਾ ਕਰ ਚੁੱਕਿਆ ਇਸ ਨੂੰ ਵਾਹੁਣ ਦਾ। ਕਹਿੰਦੇ ਕੋਈ ਹੋਰ ਚਾਰਾ ਹੈ ਹੀ ਨਹੀਂ ਔਰ ਕਹਿੰਦੇ ਕਿ ਵਾਹੁਣ ਦਾ ਫੈਸਲਾ ਅਸੀਂ ਵੀ ਪਹਿਲਾਂ ਇਹਨਾਂ ਨਾਲ ਗੱਲ ਕੀਤੀ ਕਿ ਨਾ ਵਾਓ ਕੋਈ ਹੋਰ ਹੱਲ ਨਿਕਲ ਸਕਦਾ ਹੈ, ਨਾ ਵਾਓ ਕੋਈ ਹੋਰ ਹੱਲ ਨਿਕਲ ਸਕਦਾ ਹੈ, ਤਾਂ ਕਹਿੰਦੇ ਕਿ ਕੋਈ ਹੋਰ ਹੱਲ ਹੈ ਹੀ ਨਹੀਂ। ਤਾਂ ਹੁਣ ਕਿਸਾਨ ਨੇ ਤਵੀਆਂ ਲੈ ਕੇ ਫੈਸਲਾ ਕੀਤਾ ਹੈ, ਟਰੈਕਟਰ ਦੇ ਨਾਲ ਤਵੀਆਂ ਜੋੜ ਕੇ ਹੁਣ ਫੈਸਲਾ ਕੀਤਾ ਹੈ ਕਿ ਇਸ ਨੂੰ ਵਾਇਆ ਜਾਏਗਾ, ਕਿਉਂਕਿ ਕਹਿੰਦੇ ਕਿ ਇਹ ਵਾਇਰਸ ਜਿਹੜਾ ਕਹਿੰਦੇ ਜ਼ਮੀਨ ਦੇ ਵਿੱਚ ਨਾ ਵੜ ਜਾਵੇ, ਇਸ ਤਰ੍ਹਾਂ ਦੀ ਗੱਲ ਹੈ। ਪਰ ਦੱਸ ਦਈਏ ਤੁਹਾਨੂੰ ਕਿ ਕਿਸੇ ਮਹਿਕਮੇ ਨੇ ਕਹਿੰਦੇ ਸਾਡੀ ਸਾਰ ਨਹੀਂ ਲਈ। ਬੇਸ਼ੱਕ ਟੋਲ ਫ੍ਰੀ ਨੰਬਰ, ਹੈਲਪਲਾਈਨ ਨੰਬਰ ਬਹੁਤ ਸਾਰੇ ਜਾਰੀ ਕੀਤੇ ਜਾਂਦੇ ਆ ਸਰਕਾਰ ਦੇ ਵੱਲੋਂ ਵੀ, ਪਰ ਕਹਿੰਦੇ ਕੋਈ ਸੁੱਧ ਨਹੀਂ ਲਈ ਗਈ ਔਰ ਆਖਿਰਕਾਰ ਪਰੇਸ਼ਾਨ ਹੋ ਕੇ ਕਿਸਾਨ ਨੂੰ ਫਿਰ ਇਹ ਸਟੈਪ ਚੁੱਕਣਾ ਪੈ ਰਿਹਾ। ਕਿਸਾਨ ਨੂੰ ਆਪਣੇ ਪੁੱਤਾਂ ਵਰਗੀ ਫਸਲ ਵਾਹੁਣੀ ਪੈ ਰਹੀ ਹੈ ਔਰ ਅਸੀਂ ਜ਼ਰੂਰ ਚਾਹਾਂਗੇ ਕਿ ਸਰਕਾਰ ਇਸ ਕਿਸਾਨ ਦੀ ਸਾਰ ਲਵੇ। ਜ਼ਰੂਰ ਐਗਰੀਕਲਚਰ ਯੂਨੀਵਰਸਿਟੀ ਵਾਲੇ ਵਿਗਿਆਨਿਕਾਂ ਨੂੰ ਵੀ ਚਾਹੀਦਾ ਹੈ ਕਿ ਜ਼ਰੂਰ ਆ ਕੇ ਸਾਰ ਲਈ ਜਾਵੇ, ਤਾਂ ਕਿ ਕਿਸਾਨ ਦੀ ਠੇਕੇ ਤੇ ਪੈਲੀ ਹੈ, ਕਰਜ਼ਾ ਚੜ੍ਹੇਗਾ ਸਿਰ ਤੇ ਔਰ ਸਰਕਾਰ ਦਾ ਜ਼ਰੂਰ ਦਾਅਵਾ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਕਿਸਾਨਾਂ ਦੀ, ਆਮ ਲੋਕਾਂ ਦੀ ਮਦਦ ਕਰਾਂਗੇ। ਦੇਖਦੇ ਹਾਂ ਇਸ ਕਿਸਾਨ ਦੀ ਮਦਦ ਕਰਨ ਦੇ ਲਈ ਕੌਣ ਪਹੁੰਚਦਾ ਹੈ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਮੁੱਲਾਂਪੁਰ, ਮੋਹਾਲੀ।